ਹੈਲੋ ਫਰੈਂਡਸ, ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਜਿਹੜੀ ਕਿ ਸੰਵਿਧਾਨ ਸਭਾ ਦੇ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ ਕੁਐਸਚਨ ਬਣ ਸਕਦੇ ਨੇ ਉਹਨਾਂ ਬਾਰੇ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ। ਦੋਸਤੋ, ਜੇਕਰ ਤੁਸੀਂ ਸਾਡੀ ਇਹ ਵੀਡੀਓ ਦੇਖ ਲੈਂਦੇ ਹੋ ਤਾਂ ਤੁਹਾਡਾ ਸੰਵਿਧਾਨ ਸਭਾ ਦੇ ਨਾਲ ਰਿਲੇਟਡ ਕੋਈ ਵੀ ਅਜਿਹਾ ਪ੍ਰਸ਼ਨ ਪੇਪਰ ਦੇ ਵਿੱਚੋਂ ਬਾਹਰ ਨਹੀਂ ਆਵੇਗਾ ਤਾਂ ਤੁਸੀਂ ਤੁਹਾਡੇ ਸਾਰੇ ਪ੍ਰਸ਼ਨ ਜਿਹੜੇ ਕਿ ਭਾਰਤੀ ਸੰਵਿਧਾਨ ਸਭਾ ਦੇ ਨਾਲ ਰਿਲੇਟਡ ਬਣ ਸਕਦੇ ਨੇ ਉਹ ਕਵਰ ਹੋ ਜਾਣਗੇ। ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਦੋਸਤੋ, 1922 ਦੇ ਵਿੱਚ ਸੰਵਿਧਾਨ ਸਭਾ ਦੀ ਮੰਗ ਕਿਸ ਨੇ ਕੀਤੀ? ਤਾਂ ਦੋਸਤੋ, ਮਹਾਤਮਾ ਗਾਂਧੀ ਨੇ ਸੰਵਿਧਾਨ ਸਭਾ ਦੀ ਮੰਗ 1922 ਦੇ ਵਿੱਚ ਕੀਤੀ ਸੀ। ਸੰਵਿਧਾਨ ਸਭਾ ਦਾ ਗਠਨ ਕਿਸ ਆਧਾਰ ਤੇ ਹੋਇਆ? ਕੈਬਨਿਟ ਮਿਸ਼ਨ 1946 ਦੇ ਆਧਾਰ ਤੇ ਸੰਵਿਧਾਨ ਸਭਾ ਦਾ ਗਠਨ ਕੀਤਾ ਗਿਆ। ਤਾਂ ਦੋਸਤੋ, ਸਭ ਤੋਂ ਪਹਿਲਾਂ ਜੇ ਦੇਖਿਆ ਜਾਵੇ ਇਸ ਦੇ ਵਿੱਚ ਭਾਰਤੀਆਂ ਨੇ ਇੱਕ ਸੰਵਿਧਾਨ ਸਭਾ ਦੀ ਮੰਗ ਕੀਤੀ। 1893 ਦੇ ਵਿੱਚ ਬਾਲ ਗੰਗਾਧਰ ਤਿਲਕ ਨੇ ਸਭ ਤੋਂ ਪਹਿਲਾਂ ਸੰਵਿਧਾਨ ਸਭਾ ਦੀ ਮੰਗ ਕੀਤੀ। ਇਸ ਤੋਂ ਬਾਅਦ ਸੰਵਿਧਾਨ ਸਭਾ ਦੀ ਮੰਗ ਉੱਠਦੀ ਗਈ। 1922 ਦੇ ਵਿੱਚ ਗਾਂਧੀ ਨੇ ਕਿਹਾ ਕਿ ਸਾਨੂੰ ਸੰਵਿਧਾਨ ਸਭਾ ਬਣਨੀ ਚਾਹੀਦੀ ਹੈ ਜਿਹੜੀ ਕਿ ਸੰਵਿਧਾਨ ਦਾ ਨਿਰਮਾਣ ਕਰੇ। ਤਾਂ ਇਸ ਤੋਂ ਬਾਅਦ ਮੰਗ ਉੱਠਦੀ ਗਈ। ਇਸ ਤੋਂ ਬਾਅਦ ਕ੍ਰਿਪਸ ਮਿਸ਼ਨ ਯੋਜਨਾ ਆਈ ਜਿਸ ਨੂੰ ਭਾਰਤੀਆਂ ਦੁਆਰਾ ਨਕਾਰ ਦਿੱਤਾ ਗਿਆ। ਇਸ ਤੋਂ ਬਾਅਦ ਕੈਬਨਿਟ ਮਿਸ਼ਨ ਪਲਾਨ ਆਇਆ 1946 ਦੇ ਵਿੱਚ। ਤਾਂ ਦੋਸਤੋ, ਉਸ ਦੇ ਆਧਾਰ ਤੇ ਜਿਹੜੇ ਸੰਵਿਧਾਨ ਸਭਾ ਦੇ ਮੈਂਬਰ ਨੇ 389 ਮੈਂਬਰ ਨਿਯੁਕਤ ਕੀਤੇ ਗਏ ਸੀ। ਕਾਂਗਰਸ ਦੁਆਰਾ ਸੰਵਿਧਾਨ ਸਭਾ ਦੀ ਮੰਗ ਰੱਖੀ ਗਈ। ਤਾਂ ਦੋਸਤੋ, ਕਾਂਗਰਸ ਹੈ ਜਿਹੜੀ ਉਸ ਨੇ ਸੰਵਿਧਾਨ ਸਭਾ ਦੀ ਮੰਗ ਰੱਖੀ ਗਈ ਸੀ। ਤਾਂ ਦੋਸਤੋ, ਫੈਜ਼ਪੁਰ ਦੇ ਵਿੱਚ ਅਧਿਵੇਸ਼ਨ ਹੋਇਆ ਸੀ ਜਿਹੜਾ ਕਾਂਗਰਸ ਦਾ, ਉਸ ਦੇ ਵਿੱਚ ਸੰਵਿਧਾਨ ਸਭਾ ਦੀ ਮੰਗ ਕਾਂਗਰਸ ਦੁਆਰਾ ਰੱਖੀ ਗਈ ਸੀ। ਅਗਲਾ ਸਵਾਲ, ਕੈਬਨਿਟ ਮਿਸ਼ਨ ਦੇ ਆਧਾਰ ਤੇ ਸੰਵਿਧਾਨ ਸਭਾ ਦੇ ਮੈਂਬਰ ਕਿੰਨੇ ਸੀ? ਤਾਂ ਦੋਸਤੋ, ਕੈਬਨਿਟ ਮਿਸ਼ਨ ਦੇ ਆਧਾਰ ਤੇ ਸੰਵਿਧਾਨ ਸਭਾ ਦੇ ਮੈਂਬਰ 389 ਸੀ। ਤਾਂ ਦੇਖੋ ਦੋਸਤੋ, ਜਦੋਂ ਕੈਬਨਿਟ ਮਿਸ਼ਨ ਯੋਜਨਾ ਆਈ ਤਾਂ ਉਸ ਨੇ 389 ਜਿਹੜੇ ਮੈਂਬਰ ਹੈ ਸੰਵਿਧਾਨ ਸਭਾ ਦੇ ਬਣਾਏ ਗਏ ਸੀ। ਤਾਂ ਇਸ ਦੇ ਵਿੱਚੋਂ ਦੋਸਤੋ ਜੇ ਦੇਖਿਆ ਜਾਵੇ ਇਸ ਨੇ 3 ਭਾਗਾਂ ਦੇ ਵਿੱਚ ਜਿਹੜੇ ਮੈਂਬਰ ਉਹ ਵੰਡੇ ਸੀ। ਇਸ ਦੇ ਵਿੱਚੋਂ ਜੇ ਦੇਖਿਆ ਜਾਵੇ 292 ਮੈਂਬਰ ਨੇ ਜਿਹੜੇ ਉਹ ਬ੍ਰਿਟਿਸ਼ ਪ੍ਰਾਂਤਾਂ ਦੇ ਵਿੱਚੋਂ, 4 ਨੇ ਜਿਹੜੇ ਉਹ ਚੀਫ ਇਲੈਕਸ਼ਨ ਕਮਿਸ਼ਨਰ ਸੀ ਜਿਹੜੇ ਉਹਨਾਂ ਦੇ ਖੇਤਰਾਂ ਦੇ ਵਿੱਚੋਂ। ਇਸ ਤੋਂ ਇਲਾਵਾ ਬਾਕੀ ਜਿਹੜੇ ਬਚਦੇ ਮੈਂਬਰ ਨੇਗੇ ਉਹ ਜਿਹੜੇ ਸੀ ਸਾਡੇ ਦੇਸੀ ਰਿਆਸਤਾਂ ਦੇ ਵਿੱਚੋਂ ਲਏ ਗਏ ਸੀ। ਤਾਂ ਇਸ ਤੋਂ ਬਾਅਦ ਦੋਸਤੋ ਜੇ ਦੇਖਿਆ ਜਾਵੇ ਸੰਵਿਧਾਨ ਸਭਾ ਜਿਹੜੀ ਉਸ ਦੇ ਵਿੱਚ ਕਾਂਗਰਸ ਦੇ ਵਿੱਚੋਂ ਕਿੰਨੇ ਮੈਂਬਰ ਆਏ ਸੀ? ਤਾਂ ਦੇਖੋ ਦੋਸਤੋ, 389 ਮੈਂਬਰ, ਜਿਵੇਂ ਅਸੀਂ ਕੀ ਗੱਲ ਕੀਤੀ ਹੈ 389 ਮੈਂਬਰ ਨੇ ਜਿਹੜੇ ਸੰਵਿਧਾਨ ਸਭਾ ਦੇ ਵਿੱਚ ਹੈਗੇ ਸੀ। ਤਾਂ ਉਹਦੇ ਵਿੱਚੋਂ ਜੇ ਦੇਖਿਆ ਜਾਵੇ 208 ਮੈਂਬਰ ਸੀ ਜਿਹੜੇ ਉਹ ਕਾਂਗਰਸ ਦੇ ਵਿੱਚੋਂ ਲਏ ਗਏ ਸੀ। ਯਾਨੀ ਕਿ ਜਿਹੜੇ ਸਾਡੇ ਸੰਵਿਧਾਨ ਸਭਾ ਦੇ ਮੈਂਬਰ ਹੈ ਦੋਸਤੋ, ਇਹ ਜਿਹੜੇ ਲਏ ਗਏ ਸੀ ਇਹ ਪ੍ਰਤੱਖ ਤੇ ਅਪ੍ਰਤੱਖ ਰੂਪ ਦੇ ਵਿੱਚ ਚੁਣੇ ਗਏ ਸੀ। ਪ੍ਰਤੱਖ ਰੂਪ ਦੇ ਵਿੱਚ ਤੇ ਅਪ੍ਰਤੱਖ ਰੂਪ ਦੇ ਵਿੱਚ ਕਿਵੇਂ? ਤਾਂ ਦੋਸਤੋ ਦੇਖੋ, ਇਹਨਾਂ ਨੂੰ ਜਿਹੜਾ ਚੁਣਨ ਦਾ ਕੰਮ ਸੀ, ਜਿਹੜੀਆਂ ਉਸ ਟਾਈਮ ਵਿਧਾਨ ਸਭਾਵਾਂ ਸੀ ਉਹਨਾਂ ਦੇ ਵਿੱਚ ਜਿਹੜੇ ਮੰਤਰੀ ਸੀ ਉਹਨਾਂ ਦੁਆਰਾ ਸੰਵਿਧਾਨ ਸਭਾ ਦੇ ਮੈਂਬਰ ਜਿਹੜੇ ਇਲੈਕਟ ਕੀਤੇ ਗਏ ਸੀ, ਨਿਯੁਕਤ ਕੀਤੇ ਗਏ ਸੀ, ਉਹ ਤਾਂ ਜਿਹੜੇ ਸਾਡੇ ਅਪ੍ਰਤੱਖ ਰੂਪ ਦੇ ਵਿੱਚ, ਬਾਕੀ ਜਿਹੜੀਆਂ ਦੇਸੀ ਰਿਆਸਤਾਂ ਸੀ ਉਹਨਾਂ ਦੇ ਵਿੱਚੋਂ ਪ੍ਰਤੱਖ ਰੂਪ ਦੇ ਵਿੱਚ ਮੈਂਬਰ ਚੁਣੇ ਗਏ ਸੀ। ਇਸ ਤੋਂ ਬਾਅਦ ਦੋਸਤੋ 1947 ਨੂੰ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਤਾਂ ਉਸ ਟਾਈਮ ਸੰਵਿਧਾਨ ਸਭਾ ਦੇ ਮੈਂਬਰ ਦੀ ਗਿਣਤੀ ਕਿੰਨੀ ਸੀ? ਤਾਂ ਦੋਸਤੋ 299 ਉਸ ਟਾਈਮ ਗਿਣਤੀ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਸੀ। ਮੋਸਟ ਇੰਪੋਰਟੈਂਟ ਸਵਾਲ ਹੈ। ਅਗਲਾ ਸਵਾਲ, ਸੰਵਿਧਾਨ ਸਭਾ ਵਿੱਚ ਦੇਸੀ ਰਿਆਸਤਾਂ ਦੇ ਮੈਂਬਰ ਕਿੰਨੇ ਸੀ ਦੋਸਤੋ? 93। ਦੇਖੋ ਦੋਸਤੋ, 399 ਮੈਂਬਰ ਕੁੱਲ ਨਿਯੁਕਤ ਜਿਹੜੇ ਕੀਤੇ ਗਏ ਨੇ, 389 ਮੈਂਬਰ, ਜਿਹਦੇ ਵਿੱਚੋਂ ਜੇ ਦੇਖਿਆ ਜਾਵੇ ਜਿਹੜੇ ਸਾਡੇ 292 ਮੈਂਬਰ ਨੇ ਉਹ ਕਿੱਥੋਂ ਸੀ ਦੋਸਤੋ? ਉਹ ਸੀ ਸਾਡੇ ਬ੍ਰਿਟਿਸ਼ ਖੇਤਰਾਂ ਦੇ ਵਿੱਚੋਂ। 4 ਸੀ ਜਿਹੜੇ ਸਾਡੇ ਉਸ ਟਾਈਮ ਚੀਫ ਇਲੈਕਸ਼ਨ ਕਮਿਸ਼ਨਰ ਖੇਤਰ ਸੀ, ਜਿਵੇਂ ਦਿੱਲੀ ਹੋ ਗਿਆ, ਕੁਰਗ ਹੋ ਗਿਆ, ਇਸ ਤੋਂ ਇਲਾਵਾ ਅਜਮੇਰ ਮੇਰਵਾੜਾ ਹੋ ਗਿਆ, ਬਲੋਚਿਸਤਾਨ ਹੋ ਗਿਆ। ਇਹ 4 ਜਿਹੜੇ ਖੇਤਰ ਨੇ ਸਾਡੇ, ਇਹ ਸੀ ਸਾਡੇ ਚੀਫ ਇਲੈਕਸ਼ਨ ਕਮਿਸ਼ਨਰ ਖੇਤਰ। ਇਸ ਤੋਂ ਇਲਾਵਾ ਜਿਹੜੇ 93 ਸੀ ਸਾਡੇ ਦੇਸੀ ਰਿਆਸਤਾਂ ਦੇ ਵਿੱਚੋਂ ਲਏ ਗਏ ਸੀ। ਸੰਵਿਧਾਨ ਬਣਾਉਣ ਦੇ ਵਿੱਚ ਕਿੰਨਾ ਸਮਾਂ ਲੱਗਿਆ ਦੋਸਤੋ? 2 ਸਾਲ 11 ਮਹੀਨੇ 18 ਦਿਨ ਪੂਰੇ ਲੱਗ ਗਏ ਸੀ। ਇਸ ਤੋਂ ਬਾਅਦ ਜਿਹੜੀ ਸਾਡੀ ਸੰਵਿਧਾਨ ਸਭਾ ਸੀ ਜਿਹੜੀ ਦੁਬਾਰਾ ਗਠਿਤ ਕੀਤੀ ਗਈ, ਯਾਨੀ ਕਿ ਦੋਸਤੋ ਦੇਖੋ ਜਦ ਸਾਡੀ ਸੰਵਿਧਾਨ ਸਭਾ ਬਣੀ ਜਿਹਦੇ ਵਿੱਚ 399 ਮੈਂਬਰ ਨਿਯੁਕਤ ਕੀਤੇ ਗਏ। ਇਸ ਤੋਂ ਬਾਅਦ ਦੋਸਤੋ ਸਾਡਾ ਪਾਕਿਸਤਾਨ ਅਲੱਗ ਹੋ ਗਿਆ। ਪਾਕਿਸਤਾਨ ਅਲੱਗ ਹੋਣ ਤੋਂ ਬਾਅਦ ਜਿਹੜੀ ਸਾਡੀ ਸੰਵਿਧਾਨ ਸਭਾ ਗਠਿਤ ਕੀਤੀ ਗਈ ਤਾਂ ਉਸ ਦੇ ਵਿੱਚ ਜਿਹੜੀ ਸਾਡੀ ਦੇਸੀ ਰਿਆਸਤਾਂ ਸੀ ਉਸ ਦੇ ਕਿੰਨੇ ਮੈਂਬਰ ਨਿਯੁਕਤ ਕੀਤੇ ਗਏ ਸੀ? ਤਾਂ ਦੇਖੋ ਦੋਸਤੋ, ਜਦੋਂ ਸਾਡੀ ਸੰਵਿਧਾਨ ਸਭਾ ਬਣੀ 389 ਮੈਂਬਰ ਸੀ, ਉਹਦੇ ਵਿੱਚੋਂ ਸਾਡੀ ਜਿਹੜੀ ਸੰਵਿਧਾਨ ਸਭਾ ਸੀ ਮੁਸਲਿਮ ਲੀਗ ਨੇ ਉਸ ਦਾ ਬਹਿਸ਼ਕਾਰ ਕਰ ਦਿੱਤਾ, ਉਸ ਦੇ ਵਿੱਚ ਦਾਖਲ ਨਹੀਂ ਹੋਏ। ਕਾਰਨ ਕੀ ਸੀ? ਮੁਸਲਿਮ ਲੀਗ ਦੇ ਜਿਹੜੇ ਮੈਂਬਰ ਸੀ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਘੱਟ ਸੀ। ਇਸ ਤੋਂ ਬਾਅਦ ਸਾਡੇ ਭਾਰਤ ਦੀ ਵੰਡ ਹੋ ਗਈ। ਤਾਂ ਦੋਸਤੋ ਇਸ ਤੋਂ ਬਾਅਦ ਜਿਹੜੇ ਦੁਬਾਰਾ ਸਾਡੀ ਸੰਵਿਧਾਨ ਸਭਾ ਗਠਿਤ ਕੀਤੀ ਗਈ ਉਸ ਦੇ ਵਿੱਚ ਦੇਸੀ ਰਿਆਸਤਾਂ ਦੇ ਜਿਹੜੇ ਮੈਂਬਰ ਨੇ ਉਹ 70 ਨਿਯੁਕਤ ਕੀਤੇ ਗਏ ਸੀ। 70 ਮੈਂਬਰ ਹੈ ਜਿਹੜੇ ਉਹ ਦੇਸੀ ਰਿਆਸਤਾਂ ਦੇ ਵਿੱਚੋਂ ਲਏ ਗਏ ਸੀ। ਤਾਂ ਦੋਸਤੋ ਇਸ ਤੋਂ ਬਾਅਦ ਅਸੀਂ ਅੱਗੇ ਗੱਲ ਕਰਦੇ ਹਾਂ
ਜਿਵੇਂ ਕਿ ਦੋਸਤੋ ਅਸੀਂ ਗੱਲ ਕੀਤੀ ਹੈ ਮੁੱਖ ਕਮਿਸ਼ਨਰੀ ਖੇਤਰ, ਇਹ ਉਹੀ 4 ਚੀਫ ਇਲੈਕਸ਼ਨ ਕਮਿਸ਼ਨਰ ਖੇਤਰ ਨੇ, ਜਿਵੇਂ ਦਿੱਲੀ ਹੋ ਗਿਆ, ਅਜਮੇਰ ਮੇਰਵਾੜਾ ਹੋ ਗਿਆ, ਇਸ ਤੋਂ ਇਲਾਵਾ ਕੁਰਗ ਹੋ ਗਿਆ, ਇਸ ਤੋਂ ਇਲਾਵਾ ਬਲੋਚਿਸਤਾਨ ਹੋ ਗਿਆ। ਇਹ ਚਾਰੇ ਦੇ ਚਾਰੇ ਜਿਹੜੇ ਖੇਤਰ ਨੇ ਇਹ ਨੇ ਸਾਡੇ ਮੁੱਖ ਕਮਿਸ਼ਨਰੀ ਖੇਤਰ। ਬ੍ਰਿਟਿਸ਼ ਪ੍ਰਾਂਤਾਂ ਚੋਂ ਭਾਰਤੀ ਸੰਵਿਧਾਨ ਦੇ ਮੈਂਬਰ ਕਿੰਨੇ ਲਏ ਗਏ ਦੋਸਤੋ? 292, ਜਿਹੜੀ ਕਿ ਅਸੀਂ ਪਿੱਛੇ ਗੱਲ ਕੀਤੀ ਹੈ। 399 ਕੁੱਲ ਮੈਂਬਰ ਨੇ। 399 ਦੇ ਵਿੱਚੋਂ ਦੇਖਿਆ ਜਾਵੇ ਦੇਸੀ ਰਿਆਸਤਾਂ ਦੇ ਵਿੱਚੋਂ ਕਿੰਨੇ ਸੀ ਦੋਸਤੋ? 93 ਮੈਂਬਰ। 4 ਮੈਂਬਰ ਨੇ ਜਿਹੜੇ ਮੁੱਖ ਕਮਿਸ਼ਨਰੀ ਖੇਤਰ ਨੇ। 292 ਮੈਂਬਰ ਹੈ ਜਿਹੜੇ ਉਹ ਬ੍ਰਿਟਿਸ਼ ਪ੍ਰਾਂਤਾਂ ਦੇ ਵਿੱਚੋਂ ਲਏ ਗਏ ਨੇ। 1942 ਦੀ ਕਿਸ ਯੋਜਨਾ ਨੂੰ ਭਾਰਤੀਆਂ ਨੇ ਨਕਾਰ ਦਿੱਤਾ? ਤਾਂ ਦੋਸਤੋ 1942 ਦੇ ਵਿੱਚ ਕ੍ਰਿਪਸ ਮਿਸ਼ਨ ਯੋਜਨਾ ਆਈ, ਜਿਹਦੇ ਤਹਿਤ ਸੰਵਿਧਾਨ ਸਭਾ ਦਾ ਗਠਨ ਕਰਨਾ ਸੀ, ਪਰ ਦੋਸਤੋ ਇਸ ਨੂੰ ਭਾਰਤੀਆਂ ਨੇ ਨਕਾਰ ਦਿੱਤਾ। ਕਾਰਨ ਕੀ ਸੀ? ਕਿਉਂਕਿ ਅੰਗਰੇਜ਼ਾਂ ਨੇ ਕਿਹਾ ਕਿ ਅਸੀਂ ਸੰਵਿਧਾਨ ਸਭਾ ਦੀ ਨਿਯੁਕਤੀ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕਰਾਂਗੇ। ਤਾਂ ਭਾਰਤੀਆਂ ਨੇ ਕਿਹਾ ਵੀ ਜੇਕਰ ਸੰਵਿਧਾਨ ਸਭਾ ਬਣਾਉਣੀ ਹੈ ਤਾਂ ਹੁਣੇ ਬਣਾਓ, ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕਿਉਂ? ਇਸ ਕਰਕੇ ਇਹਨਾਂ ਨੇ ਕ੍ਰਿਪਸ ਮਿਸ਼ਨ ਯੋਜਨਾ ਨੂੰ ਕੀ ਕਰ ਦਿੱਤਾ ਗਿਆ? ਤਿਆਗ ਦਿੱਤਾ ਗਿਆ ਸੀ। ਸੰਵਿਧਾਨ ਸਭਾ ਦੀ ਸਭ ਤੋਂ ਪਹਿਲੀ ਵਾਰ ਮੰਗ 1895 ਦੇ ਵਿੱਚ ਕਿਸਨੇ ਕੀਤੀ ਸੀ ਦੋਸਤੋ? ਬਾਲ ਗੰਗਾਧਰ ਤਿਲਕ ਨੇ ਰੱਖੀ ਸੀ। ਬਾਲ ਗੰਗਾਧਰ ਤਿਲਕ ਨੇ ਸਭ ਤੋਂ ਪਹਿਲੀ ਵਾਰ ਸੰਵਿਧਾਨ ਸਭਾ ਦੀ ਮੰਗ ਰੱਖੀ ਸੀ। ਕਿੰਨੇ ਵਿਅਕਤੀਆਂ ਮਗਰ ਇੱਕ ਵਿਅਕਤੀ ਦੀ ਚੋਣ ਸੰਵਿਧਾਨ ਸਭਾ ਵਿੱਚ ਕੀਤੀ ਗਈ? ਤਾਂ ਦੇਖੋ ਦੋਸਤੋ, ਜੇ ਦੇਖਿਆ ਜਾਵੇ ਜਿਹੜੀ ਸਾਡੀ ਸੰਵਿਧਾਨ ਸਭਾ ਦੇ ਮੈਂਬਰ 389 ਮੈਂਬਰ ਨਿਯੁਕਤ ਕੀਤੇ ਗਏ। ਤਾਂ ਦੋਸਤੋ ਇਹ ਇਦੋਂ ਵੱਧ ਜਾਂ ਘੱਟ ਕਿਉਂ ਨਹੀਂ ਨਿਯੁਕਤ ਕੀਤੇ ਗਏ? ਸਵਾਲ ਇਹ ਵੀ ਬਣਦਾ ਹੈ ਕਿ 389 ਮੈਂਬਰ ਹੀ ਕਿਉਂ ਨਿਯੁਕਤ ਕੀਤੇ ਗਏ? ਤਾਂ ਦੋਸਤੋ ਉਸ ਟਾਈਮ ਜਿਹੜੀ ਸਾਡੀ ਭਾਰਤ ਦੀ ਜਨਸੰਖਿਆ ਸੀ ਉਹ ਕਿੰਨੀ ਸੀ? 40 ਕਰੋੜ ਸੀ। 40 ਕਰੋੜ ਹੋਣ ਕਰਕੇ ਦੋਸਤੋ 10 ਲੱਖ ਵਿਅਕਤੀਆਂ ਮਗਰ ਇੱਕ ਵਿਅਕਤੀ ਦੀ ਨਿਯੁਕਤੀ ਕੀਤੀ ਗਈ ਸੀ। ਤਾਂ ਦੋਸਤੋ 10 ਲੱਖ ਵਿਅਕਤੀਆਂ ਦੇ ਮਗਰ ਇੱਕ ਜਿਹੜਾ ਸੀਗਾ ਸੰਵਿਧਾਨ ਸਭਾ ਦੇ ਵਿੱਚ ਮੈਂਬਰ ਭੇਜਿਆ ਗਿਆ ਸੀ। ਇਸ ਕਰਕੇ ਉਸ ਟਾਈਮ ਜੇ ਦੇਖਿਆ ਜਾਵੇ 399 ਮੈਂਬਰ ਨਿਯੁਕਤ ਕੀਤੇ ਗਏ ਸੀ ਅਤੇ ਦੋਸਤੋ 10 ਲੱਖ ਵਿਅਕਤੀਆਂ ਦੇ ਪਿੱਛੇ ਇੱਕ ਵਿਅਕਤੀ ਦੀ ਚੋਣ ਸੰਵਿਧਾਨ ਸਭਾ ਦੇ ਵਿੱਚ ਕੀਤੀ ਗਈ ਸੀ। ਇਸ ਤੋਂ ਬਾਅਦ ਦੋਸਤੋ ਸੰਵਿਧਾਨ ਸਭਾ 'ਚ ਮੈਂਬਰ ਕਿਸ ਰੂਪ ਵਿੱਚ ਚੁਣੇ ਗਏ? ਪ੍ਰਤੱਖ ਤੇ ਅਪ੍ਰਤੱਖ ਰੂਪ ਦੇ ਵਿੱਚ ਚੁਣੇ ਗਏ। ਪ੍ਰਤੱਖ ਰੂਪ ਦੇ ਵਿੱਚ ਕਿਵੇਂ ਦੋਸਤੋ? ਜੇ ਦੇਖਿਆ ਜਾਵੇ ਜਿਹੜੀਆਂ ਦੇਸੀ ਰਿਆਸਤਾਂ ਨੇ ਉੱਥੋਂ ਪ੍ਰਤੱਖ ਰੂਪ ਦੇ ਵਿੱਚ, ਅਤੇ ਬਾਕੀ ਜਿਹੜੇ ਸਾਡੇ ਬਾਕੀ ਖੇਤਰ ਸੀ ਉਹਨਾਂ ਦੇ ਵਿੱਚੋਂ ਅਪ੍ਰਤੱਖ ਰੂਪ ਦੇ ਵਿੱਚ ਲਏ ਗਏ ਸੀ। ਇਸ ਤੋਂ ਬਾਅਦ ਦੋਸਤੋ ਸੰਵਿਧਾਨ ਸਭਾ ਵਿੱਚ ਕਿਸ ਰਿਆਸਤ ਦੇ ਮੈਂਬਰਾਂ ਨੇ ਭਾਗ ਨਹੀਂ ਲਿਆ? ਤਾਂ ਦੋਸਤੋ ਸੰਵਿਧਾਨ ਸਭਾ ਦੇ ਵਿੱਚ ਹੈਦਰਾਬਾਦ ਇੱਕ ਅਜਿਹੀ ਰਿਆਸਤ ਸੀ ਜਿਸ ਨੇ ਭਾਗ ਨਹੀਂ ਲਿਆ ਸੀ। ਅਗਲਾ ਸਵਾਲ, ਅੰਬੇਦਕਰ ਦਾ ਨਿਰਵਾਚਨ ਕਿਸ ਸਥਾਨ ਤੋਂ ਹੋਇਆ? ਤਾਂ ਦੋਸਤੋ ਜੇ ਦੇਖਿਆ ਜਾਵੇ ਜਿਹੜੇ ਸਾਡੇ ਭੀਮ ਰਾਓ ਅੰਬੇਦਕਰ ਹੈ, ਇਹਨਾਂ ਦਾ ਜਿਹੜਾ ਨਿਰਵਾਚਨ ਹੈ ਉਹ ਹੋਇਆ ਸੀ ਪੱਛਮੀ ਬੰਗਾਲ ਤੋਂ। ਭਾਰਤੀ ਸੰਵਿਧਾਨ ਸਭਾ ਦੀ ਸਥਾਪਨਾ ਕਦੋਂ ਕੀਤੀ ਗਈ? 9 ਦਸੰਬਰ 1946 ਨੂੰ ਕੀਤੀ ਗਈ। ਤਾਂ ਉਸ ਟਾਈਮ ਜਿਹੜੇ ਸਭ ਤੋਂ ਬਜ਼ੁਰਗ ਬੰਦੇ ਸੀ ਡਾਕਟਰ ਸਚਿਦਾਨੰਦ ਸਿਨਹਾ, ਉਹਨਾਂ ਨੂੰ ਸੰਵਿਧਾਨ ਸਭਾ ਦਾ ਅਧਿਅਕਸ਼ ਬਣਾਇਆ ਗਿਆ ਸੀ। ਸੰਵਿਧਾਨ ਸਭਾ ਦਾ ਪਹਿਲਾ ਅਧਿਵੇਸ਼ਨ ਕਿੱਥੇ ਹੋਇਆ ਦੋਸਤੋ? ਦਿੱਲੀ ਦੇ ਵਿੱਚ ਹੋਇਆ ਸੀ। ਸੰਵਿਧਾਨ ਸਭਾ ਦੇ ਅਸਥਾਈ ਅਧਿਅਕਸ਼ ਸਭ ਤੋਂ ਪਹਿਲਾਂ 9 ਦਸੰਬਰ ਨੂੰ ਕੌਣ ਬਣਾਏ ਗਏ? ਡਾਕਟਰ ਸਚਿਦਾਨੰਦ ਸਿਨਹਾ ਨੂੰ ਬਣਾਇਆ ਗਿਆ। ਕਿਸ ਆਧਾਰ 'ਤੇ ਬਣਾਇਆ ਗਿਆ? ਸਭ ਤੋਂ ਬਜ਼ੁਰਗ ਵਿਅਕਤੀ ਹੋਣ ਦੇ ਆਧਾਰ 'ਤੇ ਬਣਾਇਆ ਗਿਆ ਸੀ। ਸੰਵਿਧਾਨ ਸਭਾ ਦੀ ਪਹਿਲੀ ਬੈਠਕ ਕਦੋਂ ਹੋਈ ਦੋਸਤੋ? 9 ਦਸੰਬਰ 1946 ਨੂੰ ਹੋਈ ਸੀ। ਸੰਵਿਧਾਨ ਸਭਾ ਦੇ ਸਥਾਈ ਅਧਿਅਕਸ਼ ਚੁਣੇ ਗਏ ਡਾਕਟਰ ਰਜਿੰਦਰ ਪ੍ਰਸਾਦ 11 ਦਸੰਬਰ 1946 ਨੂੰ। ਅਗਲਾ ਸਵਾਲ ਹੈ ਦੋਸਤੋ, ਸੰਵਿਧਾਨ ਸਭਾ ਦੇ ਵਿੱਚ ਕੁੱਲ ਕਿੰਨੀਆਂ ਸੰਮਤੀਆਂ ਬਣੀਆਂ? ਤਾਂ ਦੋਸਤੋ ਜਿਹੜੀ ਸੰਵਿਧਾਨ ਸਭਾ ਨੂੰ ਚਲਾਉਣ ਦੇ ਲਈ ਕੁੱਲ 13 ਸੰਮਤੀਆਂ ਬਣਾਈਆਂ ਗਈਆਂ ਸੀ। ਇਸ ਤੋਂ ਬਾਅਦ ਸੰਵਿਧਾਨ ਸਭਾ ਦੇ ਸੰਵਿਧਾਨਿਕ ਸਲਾਹਕਾਰ ਕੌਣ ਸੀ? ਤਾਂ ਦੇਖੋ ਦੋਸਤੋ BN ਰਾਓ, ਬੈਨਗਲ ਨਰਸਿੰਘ ਰਾਓ ਹੈ ਜਿਹੜੇ ਉਹ ਸੰਵਿਧਾਨ ਸਭਾ ਦੇ ਕੀ ਨੇ? ਸੰਵਿਧਾਨਿਕ ਸਲਾਹਕਾਰ ਨੇ। ਜੇ ਦੇਖਿਆ ਜਾਵੇ ਜਿਹੜਾ ਬਰਮਾ ਦਾ ਸੰਵਿਧਾਨ ਹੈ, ਯਾਨੀ ਕਿ ਮਿਆਂਮਾਰ ਦਾ ਸੰਵਿਧਾਨ ਹੈ, ਉਸ ਨੂੰ ਬਣਾਉਣ ਦੇ ਵਿੱਚ ਇਹਨਾਂ ਦਾ ਪੂਰਾ ਯੋਗਦਾਨ ਰਹੇਗਾ। ਤਾਂ ਇਹਨਾਂ ਨੇ ਬਿਨਾਂ ਕੋਈ ਰੁਪਈਆ ਲਏ ਭਾਰਤੀ ਸੰਵਿਧਾਨ ਬਣਾਉਣ ਦੇ ਵਿੱਚ ਭਾਗੀਦਾਰੀ ਦਿਖਾਈ ਸੀ। ਤਾਂ BN ਰਾਓ ਕੌਣ ਸੀ ਦੋਸਤੋ? ਇੱਕ IAS ਅਧਿਕਾਰੀ ਹੋਏ ਨੇ। ਇਸ ਤੋਂ ਬਾਅਦ ਦੋਸਤੋ ਸੰਵਿਧਾਨ ਸਭਾ ਦੀ ਜਿਹੜੀ ਪ੍ਰਾਰੂਪ ਸਮਿਤੀ ਹੈ, ਯਾਨੀ ਕਿ ਡਰਾਫਟਿੰਗ ਕਮੇਟੀ ਹੈ, ਉਹ ਕਦੋਂ ਬਣਾਈ ਗਈ? 29 ਅਗਸਤ 1947 ਨੂੰ ਬਣੀ ਸੀ। ਮੋਸਟ ਇੰਪੋਰਟੈਂਟ ਸਵਾਲ, ਸਟਾਰ ਲਾ ਲਿਓ ਦੋਸਤੋ। ਸੰਵਿਧਾਨ ਸਭਾ ਦੀ ਜਿਹੜੀ ਪ੍ਰਾਰੂਪ ਸਮਿਤੀ ਹੈ, ਡਰਾਫਟਿੰਗ ਸਮਿਤੀ ਹੈ, ਉਹ ਕਦੋਂ ਬਣੀ ਹੈ? 29 ਅਗਸਤ 1947 ਨੂੰ ਬਣੀ ਸੀ। ਤਾਂ ਇਹਦੇ ਮੈਂਬਰ ਕਿੰਨੇ ਸੀ ਦੋਸਤੋ? ਇਹਦੇ ਕੁੱਲ ਮੈਂਬਰ 7 ਸੀ। ਅਗਲਾ ਸਵਾਲ, ਪ੍ਰਾਰੂਪ ਸਮਿਤੀ ਅੱਗੇ ਸੰਵਿਧਾਨ ਦੀ ਪ੍ਰਸਤਾਵਨਾ ਦਾ ਪ੍ਰਸਤਾਵ ਰੱਖਿਆ। ਜਿਹੜੀ ਸਾਡੀ ਪ੍ਰਾਰੂਪ ਸਮਿਤੀ ਹੈ, ਇਹਦੇ ਅੱਗੇ ਜਿਹੜਾ ਸਾਡੀ ਪ੍ਰਸਤਾਵਨਾ ਸੰਵਿਧਾਨ ਦੇ ਵਿੱਚ ਹੈ, ਇਸ ਦਾ ਪ੍ਰਸਤਾਵ ਕਿਸਨੇ ਰੱਖਿਆ ਵੀ ਸਾਡੇ ਸੰਵਿਧਾਨ ਦੇ ਵਿੱਚ ਇੱਕ ਪ੍ਰਸਤਾਵਨਾ ਹੋਣੀ ਚਾਹੀਦੀ ਹੈ? ਇਹ ਪ੍ਰਾਰੂਪ ਸਮਿਤੀ ਨੂੰ ਕਿਸਨੇ ਕਿਹਾ? ਤਾਂ ਦੋਸਤੋ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਕਿ ਸਾਡੇ ਸੰਵਿਧਾਨ ਦੀ ਇੱਕ ਪ੍ਰਸਤਾਵਨਾ ਹੋਣੀ ਜ਼ਰੂਰੀ ਹੈ। ਤਾਂ ਦੋਸਤੋ ਇਹਦਾ ਪ੍ਰਸਤਾਵ ਕਿਹਨੇ ਰੱਖਿਆ? ਜਵਾਹਰ ਲਾਲ ਨਹਿਰੂ ਨੇ ਰੱਖਿਆ ਸੀ। ਇਸ ਤੋਂ ਬਾਅਦ ਦੋਸਤੋ ਅਗਲੇ ਸਵਾਲ ਦੀ ਗੱਲ ਕਰਦੇ ਹਾਂ।
ਅਗਲਾ ਸਵਾਲ ਹੈ ਸਾਡਾ, ਭਾਰਤੀ ਸੰਵਿਧਾਨ ਦੀ ਸੰਘ ਸ਼ਕਤੀ ਸੰਮਤੀ ਦੇ ਅਧਿਆਕਸ਼ ਕੌਣ ਸੀ? ਦੋਸਤੋ ਜਵਾਹਰ ਲਾਲ ਨਹਿਰੂ। ਮੋਸਟ ਇੰਪੋਰਟੈਂਟ ਸਵਾਲ, ਜਿਹੜੀ ਸਾਡੀ ਸੰਘ ਸ਼ਕਤੀ ਯਾਨੀ ਕਿ ਜਿਹੜੀ ਸਾਡਾ ਜਿਹੜਾ ਦੇਖਿਆ ਜਾਵੇ ਸੰਘੀ ਸਾਡੇ ਵਿਵਸਥਾ ਚਲਾਈ ਗਈ ਹੈ, ਤਾਂ ਉਹਦੀ ਜਿਹੜੀ ਸੰਮਤੀ ਹੈ ਉਹਦੇ ਅਧਿਆਕਸ਼ ਕੌਣ ਨੇ? ਜਵਾਹਰ ਲਾਲ ਨਹਿਰੂ ਹੈ। ਇੱਕ ਸਾਡੇ ਸੀ ਦੋਸਤੋ ਝੰਡਾ ਸੰਮਤੀ। ਝੰਡਾ ਸੰਮਤੀ ਦੇ ਅਧਿਆਕਸ਼ ਕੌਣ ਨੇ ਦੋਸਤੋ? JB ਕ੍ਰਿਪਲਾਨੀ। ਅਗਲਾ ਸਵਾਲ, ਸੰਵਿਧਾਨ ਸਭਾ ਨੇ ਭਾਰਤੀ ਝੰਡਾ ਦੀ ਰੂਪਰੇਖਾ ਨੂੰ ਸਵੀਕਾਰ ਕੀਤਾ। ਤਾਂ ਦੋਸਤੋ ਜਿਹੜੀ ਸਾਡੀ ਸੰਵਿਧਾਨ ਸਭਾ ਹੈਗੀ ਉਸ ਨੇ ਭਾਰਤੀ ਝੰਡਾ ਦੀ ਜਿਹੜੀ ਰੂਪਰੇਖਾ ਹੈ ਉਸ ਨੂੰ ਕਦੋਂ ਸਵੀਕਾਰ ਕੀਤਾ? 22 ਜੁਲਾਈ 1947 ਨੂੰ ਸੰਵਿਧਾਨ ਅੰਤਿਮ ਰੂਪ ਵਿੱਚ ਪਾਸ ਕੀਤਾ ਗਿਆ। ਤਾਂ ਦੇਖੋ ਦੋਸਤੋ ਜਿਹੜਾ ਸਾਡਾ ਸੰਵਿਧਾਨ ਹੈ ਉਹ 26 ਨਵੰਬਰ 1949 ਨੂੰ ਬਣ ਕੇ ਤਿਆਰ ਹੋ ਗਿਆ, ਪਰ ਅਸੀਂ ਨੇ 26 ਜਨਵਰੀ 1950 ਨੂੰ ਇਹ ਕੀ ਕੀਤਾ ਹੈਗਾ? ਲਾਗੂ ਕੀਤਾ ਹੈਗਾ। ਤਾਂ ਦੋਸਤੋ 26 ਨਵੰਬਰ 1949 ਨੂੰ ਇਹ ਅੰਤਰਿਮ ਯਾਨੀ ਕਿ ਅੱਧੇ ਰੂਪ ਦੇ ਵਿੱਚ ਲਾਗੂ ਹੋ ਗਿਆ ਸੀ। ਤਾਂ ਉਸ ਟਾਈਮ ਕੁੱਲ 16 ਅਨੁਛੇਦ ਨੇ ਜਿਹੜੇ ਦੋਸਤੋ ਉਹ ਲਾਗੂ ਕੀਤੇ ਗਏ ਸੀ। ਕਈ ਕਿਤਾਬਾਂ ਦੇ ਵਿੱਚ 15 ਮਿਲਦੇ ਨੇ, ਪਰ ਦੋਸਤੋ ਅਸਲ ਦੇ ਵਿੱਚ ਉਸ ਟਾਈਮ 16 ਅਨੁਛੇਦ ਨੇ ਜਿਹੜੇ ਉਹ ਲਾਗੂ ਕੀਤੇ ਗਏ ਸੀ। ਤਾਂ ਦੋਸਤੋ 26 ਨਵੰਬਰ 1949 ਨੂੰ ਅੰਤਰਿਮ ਰੂਪ ਯਾਨੀ ਕਿ ਥੋੜ੍ਹਾ ਭਾਗ ਹੈ ਜਿਹੜਾ ਸੰਵਿਧਾਨ ਦਾ ਉਹ ਲਾਗੂ ਹੋ ਗਿਆ ਸੀ। ਤਾਂ ਦੋਸਤੋ ਬਾਕੀ ਸੰਵਿਧਾਨ ਹੈ ਜਿਹੜਾ ਉਹ 26 ਜਨਵਰੀ 1950 ਨੂੰ ਲਾਗੂ ਹੋਏਗਾ। ਸੰਵਿਧਾਨ ਸਭਾ ਦੇ ਉੱਤੇ ਕੁੱਲ ਕਿੰਨੇ ਮੈਂਬਰਾਂ ਨੇ ਸਾਈਨ ਕੀਤੇ ਨੇ? ਦੋਸਤੋ 284 ਮੈਂਬਰਾਂ ਨੇ ਸਾਈਨ ਕੀਤੇ ਸੀ। ਅਗਲਾ ਸਵਾਲ, ਭਾਰਤ ਦੇ ਲਈ ਸੰਵਿਧਾਨ ਸਭਾ ਦੀ ਰਚਨਾ ਲਈ ਸੰਵਿਧਾਨ ਸਭਾ ਦਾ ਵਿਚਾਰ ਦਿੱਤਾ ਕਿਹੜੀ ਪਾਰਟੀ ਨੇ ਦਿੱਤਾ ਸੀ? ਤਾਂ ਦੋਸਤੋ ਜਿਹੜਾ ਸਾਡੀ ਇੱਕ ਸੰਵਿਧਾਨ ਸਭਾ ਹੋਣੀ ਚਾਹੀਦੀ ਹੈ, ਤਾਂ ਇੱਕ ਪਾਰਟੀ ਹੋਈ ਹੈ ਸਾਡੀ, ਉਸ ਨੇ ਕਿਹਾ ਸੀ ਕਿ ਭਾਰਤੀਆਂ ਦੇ ਲਈ ਇੱਕ ਸੰਵਿਧਾਨ ਸਭਾ ਹੋਵੇ ਜਿਹੜੀ ਕਿ ਸਾਡੇ ਸੰਵਿਧਾਨ ਦੀ ਰਚਨਾ ਕਰੇ। ਤਾਂ ਉਹ ਕਿਹੜੀ ਪਾਰਟੀ ਨੇ ਕਿਹਾ ਸੀ? ਸਵਰਾਜ ਪਾਰਟੀ ਨੇ ਕਿਹਾ ਸੀ 1924 ਦੇ ਵਿੱਚ। ਸੰਵਿਧਾਨ ਨਿਰਮਾਤਾਵਾਂ ਮੰਨਿਆ ਜਾਂਦਾ ਹੈ। ਤਾਂ ਦੋਸਤੋ ਜਿਹੜਾ ਸਾਡਾ ਸੰਵਿਧਾਨ ਦਾ ਨਿਰਮਾਤਾ ਮੰਨਿਆ ਜਾਂਦਾ ਉਹ ਕਿਹਨੂੰ ਮੰਨਿਆ ਜਾਂਦਾ ਹੈ? ਡਾਕਟਰ ਭੀਮ ਰਾਓ ਅੰਬੇਦਕਰ ਨੂੰ ਮੰਨਿਆ ਜਾਂਦਾ ਹੈਗਾ। ਸੰਵਿਧਾਨ ਸਭਾ ਦੇ ਵਿੱਚ ਔਰਤਾਂ ਕਿੰਨੀਆਂ ਸੀ ਦੋਸਤੋ? 15 ਸੀ। ਤਾਂ ਦੋਸਤੋ ਇੱਕੋ ਇੱਕ ਜਿਹੜੀ ਮਹਿਲਾ ਔਰਤ ਸੀ ਉਹਦਾ ਨਾਮ ਸੀ ਬੇਗਮ ਐਜ਼ਾਜ਼ ਰਸੂਲ। ਤਾਂ ਦੋਸਤੋ ਸ਼ੁਰੂ ਦੇ ਵਿੱਚ ਸੰਵਿਧਾਨ ਜਦੋਂ ਬਣਨਾ ਸਟਾਰਟ ਹੋਇਆ ਉਸ ਟਾਈਮ 9 ਔਰਤਾਂ ਸੀ, ਬਾਅਦ ਦੇ ਵਿੱਚ ਇਹਨਾਂ ਦੀ ਗਿਣਤੀ 15 ਹੋ ਗਈ ਸੀ। ਇੱਕੋ ਇੱਕ ਜਿਹੜੀ ਮਹਿਲਾ ਔਰਤ ਸੀ ਉਹਦਾ ਨਾਮ ਸੀ ਬੇਗਮ ਐਜ਼ਾਜ਼ ਰਸੂਲ। ਇਸ ਤੋਂ ਬਾਅਦ ਦੋਸਤੋ ਲਾਸਟ ਸਵਾਲ ਹੈ ਇਸਦਾ, ਸਾਡੇ ਜਿਹੜਾ ਮੂਲ ਸੰਵਿਧਾਨ ਹੈ ਜਦੋਂ ਸਾਡਾ ਸੰਵਿਧਾਨ ਬਣ ਕੇ ਤਿਆਰ ਹੋਇਆ ਇਸ ਦੇ ਵਿੱਚ ਕਿੰਨੇ ਅਨੁਛੇਦ ਤੇ ਕਿੰਨੇ ਅਨੁਸੂਚੀਆਂ ਸੀ? ਤਾਂ ਦੋਸਤੋ 395 ਅਨੁਛੇਦ ਤੇ 8 ਅਨੁਸੂਚੀਆਂ ਸ਼ਾਮਲ ਸੀ। ਉਮੀਦ ਕਰਦਾ ਦੋਸਤੋ ਤੁਹਾਨੂੰ ਇਹ ਸਾਡਾ ਪ੍ਰਯਾਸ ਚੰਗਾ ਲੱਗਿਆ ਹੋਵੇਗਾ। ਜੇਕਰ ਚੰਗਾ ਲੱਗਿਆ ਲਾਈਕ ਕਰਿਓ, ਸ਼ੇਅਰ ਕਰਿਓ, ਨਾਲ ਹੀ ਸਾਡਾ ਇਹ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ। ਧੰਨਵਾਦ।